ਵਾਹਿਗੁਰੂ ਜੀ ਕਾ ਖਾਲਸਾ ਵਾਹਿਗुरु जी की फतेह। श्लोक शेख फरीद जी के भाग 43वां। कंध कुहाड़ा सिर कड़ा बन के सर लोहार, फरीदा हों लोड़ी सो अपना तू लोड़े अंगियार। कंध कुहाड़ा सिर कड़ा बन के सर लोहार, फरीदा हूँ लोड़ी सोह अपना तू लोड़े अंगियार। की समझाउंदे आ बाबा फरीद जी? बुद्धिमान नूं समझाउंदी है, हे मना, जिमें कोई जंगल च ਲੱਕੜਾਂ ਵੱਢਣ ਵਾਲਾ ਆਪਦਾ ਸਾਜ਼ ਸਮਾਨ ਨਾਲ ਲੈ ਕੇ ਜਾਂਦਾ ਹੈ ਕਿ ਉਹਦਾ ਮਾਰਗ, ਉਹਦਾ ਕਰਮ ਲੱਕੜਾਂ ਵੱਢਣਾ ਹੀ ਹੈ। ਉਹ ਨਹੀਂ ਦੇਖਦਾ ਵੱਡਾ ਛੋਟਾ। ਜਿਵੇਂ ਵੱਡਾ ਦਰਖਤ ਥੱਲੇ ਛੋਟੇ ਦਰਖਤ ਹੋਣ ਨਹੀਂ ਦਿੰਦਾ, ਸਾਰੀ ਜਿੰਨੀ ਆਕਸੀਜਨ ਹੁੰਦੀ ਹੈ ਵੱਡੇ ਦਰਖਤ ਨੂੰ ਜਾਂਦੀ ਰਹਿੰਦੀ ਹੈ। ਵੱਡੇ ਦਰਖਤ ਥੱਲੇ ਛੋਟੇ ਹੁੰਦੇ ਹੀ ਨਹੀਂ। ਇਵੇਂ ਸੰਸਾਰੀ ਜਿਹੜੀਆਂ ਮੱਤਾਂ ਨੇ, ਜਦੋਂ ਜ਼ਹਿਰ 'ਚ ਇੱਕ ਦੂਏ ਤੋਂ ਵੱਡਾ ਬਣਨ, ਉਹ ਕੀ ਹੈ? ਹੰਕਾਰ। ਇਹ ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ? ਗੁਰਮਤਿ 'ਚ ਆ ਕੇ। ਜਿੰਨੀਆਂ ਪਿੱਛੇ ਆਪਾਂ ਮੱਤਾਂ ਧਾਰੀਆਂ, ਸਰੀਰ ਕਰਕੇ ਭਗਤੀਆਂ, ਹਟ ਜੋ, ਤਪ ਜੋ, ਘਰ-ਬਾਰ ਛੱਡ ਕੇ ਚਲੇ ਜਾਣਾ, ਜਤੀ ਸੁਦਾਵੈ ਜੁਗਤ ਨਾ ਜਾਣੇ, ਛੱਡ ਵਹੇ ਕਰਵਾਰ, ਆਸਾ ਕੀ ਵਾਰ ਸਮਝਾਇਆ। ਜਤੀ ਤਾਂ ਬਣਨਾ ਹੈ, ਯਤਨ ਤਾਂ ਕਰਨਾ ਹੈ, ਪਰ ਸਰੀਰ ਕਰਕੇ ਜਤੀ ਬਣ ਗਿਆ। ਪਰ ਇੱਛਾ ਔਕਣੇ ਖੜੀਆਂ ਰਹੀਆਂ, ਸਰੀਰ ਕਰਕੇ ਮੌਨ ਧਾਰੀ ਬਣ ਗਿਆ, ਮਨ ਉਵੇਂ ਕਲਪਨਾ ਕਰਦਾ ਰਿਹਾ। ਇਹ ਸਾਰੀਆਂ ਜਿੰਨੀਆਂ ਮਾਨਵ ਸੋਚਦੀਆਂ ਪਰ ਭਗਤੀਆਂ, ਕੀ ਸਮਝਾਇਆ ਆਪਾਂ ਨੂੰ ਗੁਰੂ ਉਪਦੇਸ਼ ਰਾਹੀਂ ਸਤਿਗੁਰਾਂ ਨੇ? ਸਰੀਰ ਤੱਕ ਸੀਮਤ ਇਹ 'ਚੋਂ ਕੀ ਪੈਦਾ ਹੋਇਆ? ਹੰਕਾਰ। ਅਨਕ ਤਪੱਸਿਆ ਕਰੇ ਹੰਕਾਰ। ਤੀਰਥ ਵਰਤ ਦਾ ਵੀ ਪਿੱਛੇ ਆਪਾਂ ਵਿਚਾਰ ਕੀਤੀ। ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ, ਉਹ ਵੀ ਸਾਡੇ ਨਿਸਫਲ ਚਲੇ ਜਾਂਦੇ ਨੇ। ਤੀਰਥ ਵਰਤ ਔਰ ਦਾਨ ਕਰ ਮਨ ਮੇ ਧਰੇ, ਗੁਮਾਨ ਹੁੰਦਾ ਹੀ ਹੈ, ਹੰਕਾਰ ਹੋ ਜਾਂਦਾ ਹੈ। ਮਨ ਦਾ ਸੁਭਾਅ ਆ, ਮਨ ਦਾ ਸੁਭਾਅ ਹੀ ਜਿਹੜਾ ਹੈਗਾ ਇਹ ਹੰਕਾਰ ਰੂਪ ਹੈ। ਜਦੋਂ ਇਹਨੂੰ ਕੋਈ ਵੀ ਬੁਰਾ ਭਲਾ ਕਹਿੰਦਾ ਹੈ ਤਾਂ ਕ੍ਰੋਧ 'ਚ ਆ ਜਾਂਦਾ ਹੈ। ਇਹਦਾ ਸੁਭਾਅ ਆ। ਬਾਹਰੋਂ ਸਰੀਰ ਕਰਕੇ ਪੂਰਨ ਹੋ ਜਾਂਦਾ ਹੈ। ਉਹੀ ਤਾਂ ਫਿਰ ਆਪਾਂ ਨੂੰ ਸਤਿਗੁਰੂ ਸਮਝਾ ਰਹੇ ਨੇ ਗੁਰਬਾਣੀ ਰਾਹੀਂ ਵੀ ਇਹ 4 ਕਲਾਸਾਂ ਨੇ ਭਾਈ ਆਪਣੀਆਂ। ਇਹ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਾਂ ਚੜ੍ਹਨੀਆਂ ਨੇ। ਜਿਹੜੇ ਸੰਸਾਰੀ ਪ੍ਰਮਾਣ ਹੁੰਦੇ ਨੇ ਇਹ ਤਾਂ ਸਮਝਣ ਖਾਤਰ ਹੁੰਦੇ ਨੇ। ਉਹ ਨਿਰਾਕਾਰ ਦੁਨੀਆ ਨੂੰ ਭਾਵ ਆਕਾਰ ਤੋਂ ਰਹਿਤ, ਜਿਵੇਂ ਬਾਬਾ ਫਰੀਦ ਜੀ ਨੇ ਸਮਝਾਇਆ, ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ, ਫਰੀਦਾ ਹੋਂ ਲੋੜੀ ਸੋ ਆਪਣਾ। ਬੁੱਧੀ ਨੂੰ ਤਾਂ, ਸੁਰਤ ਨੂੰ ਤਾਂ ਸ਼ਬਦ ਦਾ ਮੇਲ ਚਾਹੀਦਾ ਹੈ, ਮਨ ਨੂੰ ਮਾਇਆ ਚਾਹੀਦੀ ਹੈ। ਅਸੀਂ ਬੀਜਣ ਆਏ ਹਾਂ ਪਰ ਵੱਢੀ ਜਾਂਦੇ ਹਾਂ। ਇਹ ਪ੍ਰਮਾਣ ਦੇ ਦੇ ਕੇ ਸਮਝਾਇਆ। ਜਿਵੇਂ ਲੱਕੜਾਂ ਵੱਢਣ ਵਾਲਾ ਜੰਗਲ ਦੇ ਵਿੱਚ, ਉਵੇਂ ਮਨ ਦਾ ਸੁਭਾਅ ਧਰਮ ਦੇ ਵਿੱਚ ਵੀ ਆ ਕੇ ਇਹ ਹੋਰ ਸ਼ੈਤਾਨ ਬਣ ਜਾਂਦਾ ਹੈ। ਧਰਮ ਤਾਂ ਧਾਰਦੇ ਹਾਂ ਅਸੀਂ ਸੁੱਖ ਖਾਤਰ, ਸੁੱਖ ਸਾਗਰ ਜਾਣ ਖਾਤਰ, ਆਤਮਾ ਆਪਦੇ ਪ੍ਰਾਤਮਾ ਮੂਲ 'ਚ ਲੈ ਹੋਣ ਖਾਤਰ, ਪਰ ਉਹ ਸਾਡਾ ਵਿਸ਼ਾ ਹੀ ਨਹੀਂ ਹੁੰਦਾ ਮੁਕਤੀ ਦਾ। ਉਹ ਮੁਕਤੀ ਕਿੱਥੋਂ ਮਿਲਣੀ ਆ ਆਪਾਂ ਨੂੰ? ਉਹੀ ਤਾਂ ਗੁਰੂ ਘਰੋਂ ਮਿਲਣੀ ਆ, ਉਹੀ ਤਾਂ ਸਿੱਖੀ ਦਾ ਘਰ ਹੈ। ਨਾਨਕ ਕੀ ਕਰ ਕੇਵਲ ਨਾਮ। ਬੀਜਿਆ ਤਾਂ ਅਸੀਂ ਕੁਛ ਵੀ ਨਹੀਂ, ਵੱਢਣ ਲੱਗ ਗਏ। ਬੀਜਣ ਆਏ ਸੀ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਫਿਰ ਕੀ ਕਰਾਂਗੇ?
ਹੁਣ ਲਾਹਾ ਲੈਣਾ ਸੀ ਇਹਾਂ ਖਾੜ ਚਲੋ ਹਰ ਲਾਹਾ ਅੱਗੇ ਵਸਨ ਸਹੇਲਾ। ਉਹ ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ, ਤਾਂ ਕਰਕੇ ਅਸੀਂ ਮਾਇਆ ਦੇ ਵਿੱਚ ਹੀ, ਜੰਮਣ ਮਰਨ ਦੇ ਵਿੱਚ ਹੀ ਆਪਦੇ ਭਾਣੇ ਅਨੁਸਾਰ ਚੱਲ ਕੇ ਜੰਮਦੇ ਮਰਦੇ ਰਹਿੰਦੇ ਹਾਂ। ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਇੱਕ ਤਾਂ ਮਨ ਦਾ ਹੁਕਮ ਹੈ, ਉਹ ਕਾਲ ਹੈ। ਇੱਕ ਨਾਮ ਹੁਕਮ ਹੈ, ਉਹ ਕਿੱਥੋਂ ਪਤਾ ਲੱਗਦਾ ਆਪਾਂ ਨੂੰ? ਗੁਰ ਉਪਦੇਸ਼ ਰਾਹੀਂ। ਸਾਧ ਸੰਗਤੀ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰ ਸੱਚ ਦੇ ਗਿਆਨ ਤੋਂ ਪਤਾ ਲੱਗਦਾ ਆਪਾਂ ਨੂੰ। ਉਹੀ ਤਾਂ ਨਾਮ ਹੈ ਹੁਕਮ, ਜਿਹਦੇ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ। ਨਾਮੇ ਉਤਪਤ ਨਾਮੇ ਪਰਲੋ, ਸਤਿਗੁਰਾਂ ਦੇ ਵਚਨ ਨੇ। ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨਾਲ ਸਮਾਪਤ ਹੁੰਦੀ। ਜਦ ਤੱਕ ਸਾਡੇ ਮਨ ਦਾ ਰੂਪ, ਕਾਲਪਨਿਕ ਰੂਪ, ਇੱਛਾ ਰੂਪ, ਇਹ ਕਾਲ ਹੀ ਹੈ। ਜਦ ਤੱਕ ਇਹ ਸਮਾਪਤ ਨਹੀਂ ਹੁੰਦਾ, ਅਸੀਂ ਐਂ ਹੀ ਜੰਮਣ ਮਰਨ ਨੂੰ ਜਾਂਦੇ ਰਹਾਂਗੇ। ਜਬ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਚੋਨ ਮੇਂ ਫਿਰਤਾ। ਗੁਰ ਸ਼ਬਦ ਦੀ ਵਿਚਾਰ ਤੋਂ ਜਦੋਂ ਬੁੱਧੀ ਨੂੰ ਅਕਲ ਕਹਿ ਲਈਏ, ਜੋਤ ਕਹਿ ਲਈਏ, ਗਿਆਨ ਹੁੰਦਾ ਹੈ, ਫਿਰ ਇਹਨੂੰ ਪਤਾ ਲੱਗਦਾ ਹੈ ਇਹ ਜਿਹੜਾ ਭੂਤ ਮੈਂ ਬੋਤਲ 'ਚੋਂ ਬਾਹਰ ਕੱਢਤਾ, ਮਨ ਇੱਛਾ ਰੂਪ, ਫਿਰ ਉਹਦਾ ਸਾਥ ਛੱਡਦੀ ਹੈ ਇਹ ਗੁਰ ਸ਼ਬਦ ਦੀ ਵਿਚਾਰ ਤੋਂ ਬਾਅਦ। ਪਹਿਲਾਂ ਬੁੱਧੀ ਮਨ ਨੂੰ ਖੁਸ਼ ਕਰਨ ਲੱਗੀ ਰਹਿੰਦੀ ਹੈ, ਮਨ ਦੀਆਂ ਆਦਤਾਂ ਵਿਗੜ ਜਾਂਦੀਆਂ ਨੇ, ਜਾਨੂੰ ਸਮਾਂ ਨਿਕਲ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਨ ਹੋਈ। ਬਾਬਾ ਫਰੀਦ ਸਮਝਾਉਂਦੇ ਹੈ, ਫਰੀਦਾ ਤੈਨੂੰ ਤਾਂ ਮਾਇਆ ਚਾਹੀਦੀ ਹੈ, ਸਰੀਰ ਚਾਹੀਦੇ ਨੇ, ਪਰ ਮੈਨੂੰ ਤਾਂ ਆਪਣਾ ਸਹੁ ਚਾਹੀਦਾ। ਤੂੰ ਲੋੜੇ ਅੰਗਿਆਰ। ਅੰਗਿਆਰ ਕਿਉਂ ਕਿਹਾ? ਕਿ ਜਿਹੜਾ ਸਾਡਾ ਇਹ ਜੀਵਨ ਹੈ ਮਨ ਦਾ, ਮਨ ਬੁੱਧੀ ਦਾ ਹੋਣਾ ਇਸ ਟਾਈਮ, ਉਹ ਕੀ ਹੈ? ਉਹ ਤ੍ਰਿਸ਼ਨਾ ਰੂਪ ਹੈ, ਅਗਨੀ ਦਾ ਰੂਪ ਹੈ। ਬਾਈਬਲ ਕੁਰਾਨ ਦੇ ਵਿੱਚ ਵੀ ਲਿਖਿਆ, ਉਹਨਾਂ ਨੇ ਖਿਆਲ ਨੇ ਉਹਨਾਂ ਦੇ ਵੀ ਜਿਹੜਾ ਸ਼ੈਤਾਨ ਹੈ ਅਗਨੀ ਤੋਂ ਪੈਦਾ ਹੁੰਦਾ ਹੈ। ਸ਼ੈਤਾਨ ਇਹੀ ਹੈ, ਬਾਣੀ ਵਿੱਚ ਦੱਸਿਆ ਗਿਆ। ਇਹ ਜਿਹੜੀ ਤ੍ਰਿਸ਼ਨਾ ਰੂਪੀ ਅਗਨੀ ਹੈ, ਜਦੋਂ ਜ਼ਿਆਦਾ ਵੱਧ ਜਾਂਦੀ ਹੈ ਸੰਸਾਰ 'ਚ ਵੱਡਾ ਬਣਨ ਦੀ, ਫਿਰ ਇਹ ਸ਼ੈਤਾਨ ਬਣਦਾ ਵਾ। ਪਰ ਜਦੋਂ ਆਪਾਂ ਗੁਰੂ ਕਿਰਪਾ ਦਾ ਆਸਰਾ ਲੈਂਦੇ ਹਾਂ, ਬਾਣੀ ਦਾ ਆਸਰਾ ਲੈਂਦੇ ਹਾਂ, ਫਿਰ ਸਾਨੂੰ ਸਮਝ ਆ ਜਾਂਦੀ ਹੈ। ਫਿਰ ਬੁੱਧੀ ਮਨ ਦੇ ਪਿੱਛੇ ਨਹੀਂ ਲੱਗਦੀ, ਫਿਰ ਇਹਨੂੰ ਵਸ ਕਰਨ 'ਚ ਲੱਗ ਜਾਂਦੀ ਹੈ। ਬਾਣੀ ਮਨ ਨੂੰ ਵਸ ਕਰਨ ਦੀ ਵਿਧੀ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਮਨ ਵਸ ਆਵੇ ਨਾਨਕਾ, ਇਹ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਲੈਣੀ ਹੈ ਭਾਈ, ਕੁਦਰਤ ਦੀ ਰਹਿਮਤ ਲੈਣੀ ਹੈ, ਉਹਦੀ ਕਿਰਪਾ ਦੇ ਪਾਤਰ ਬਣਨਾ ਹੈ। ਫਿਰ ਆਪਾਂ ਕਾਲ ਤੋਂ ਮੁਕਤ ਹੋਵਾਂਗੇ। ਜਦ ਤੱਕ ਇੱਛਾ ਚੱਲਦੀਆਂ, ਤੁਹਾਨੂੰ ਕੋਈ ਕਾਲ ਤੋਂ ਬਚਾ ਦੇਵੇ, ਕਦੇ ਵੀ ਨਹੀਂ ਹੋ ਸਕਦਾ। ਐਸੇ ਗੁਰ ਕੋ ਬਲਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹ ਗੁਰ ਸ਼ਬਦ ਦਾ ਐਸਾ ਗਿਆਨ ਹੈ, ਸਤਿਗੁਰੂ ਸਮਝਾਉਂਦੇ ਆ, ਮੁਕਤੀ ਦੇ ਦਿੰਦਾ ਵਾ। ਗਿਆਨ ਦੇ ਨਾਲ ਸਾਨੂੰ ਦੂਆ ਪਦਾਰਥ ਮੁਕਤੀ ਮਿਲ ਜਾਂਦੀ ਹੈ। ਦੋ ਪਦਾਰਥ ਮਿਲ ਜਾਂਦੇ ਆ ਗੁਰ ਸ਼ਬਦ ਵਿਚਾਰ ਨਾਲ। ਮੁਕਤੀ, ਸੰਤੋਖ, ਸੰਸਾਰ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਪਰ ਸਟੈਪ ਬਾਈ ਸਟੈਪ ਹੈ। ਜਦ ਤੱਕ ਅਸੀਂ ਭਾਣੇ 'ਚ ਨਹੀਂ ਆਉਂਦੇ, ਬਾਣੀ ਨੂੰ ਸੱਤ ਕਰਕੇ ਨਹੀਂ ਮੰਨਦੇ, ਜਦ ਤੱਕ ਇਹ ਪ੍ਰਾਪਤੀ ਨਹੀਂ ਹੁੰਦੀ। ਪਰ ਅਸੀਂ ਤਾਂ ਸਤਿਗੁਰਾਂ ਨੂੰ ਇਹ ਉਪਦੇਸ਼ ਕਰਦੇ ਹਾਂ ਗੁਰੂ ਘਰਾਂ 'ਚ ਜਾ ਕੇ, ਕਬੀਰ ਔਰੋਂ ਕੋ ਉਪਦੇਸ਼ ਤੇ ਮੁਕਮੇ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਕਰ ਕਾ ਖੇਤ। ਆਪ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਈ ਹੁੰਦੀ, ਦੂਜਿਆਂ ਨੂੰ ਸਮਝਾਉਣ ਲੱਗ ਜਾਂਦੇ ਨੇ। ਇਵੇਂ ਚੱਲ ਰਿਹਾ ਸਾਰਾ। ਇੱਕ ਕਥਾ ਕਰਕੇ ਜਾਂਦਾ ਹੈ, ਹਾਲੇ ਉਹਦੀ ਸਮਝ ਨਹੀਂ ਆਉਂਦੀ ਸੰਗਤ ਨੂੰ, ਫਿਰ ਦੂਜਾ ਆ ਜਾਂਦਾ। ਦੁਵਿਧਾ ਦੇ ਵਿੱਚ ਸਾਰੇ, ਜਦ ਤੱਕ ਗੁਰ ਸ਼ਬਦ ਦੀ ਕਮਾਈ ਨਹੀਂ ਕਰਦੇ, ਅਸੀਂ ਗੁਰੂ ਦਕਸ਼ਿਨਾ ਨਹੀਂ ਲੈਂਦੇ, ਬਾਣੀ ਨੂੰ ਸੁਣਦੇ ਵਿਚਾਰਦੇ ਨਹੀਂ, ਸਾਨੂੰ ਇੱਥੋਂ ਕੱਢ ਦੇਵੇ ਕੋਈ, ਕਦੇ ਵੀ ਨਹੀਂ ਹੋ ਸਕਦਾ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜੇ ਮਾਇਆ ਪਾਰ ਕਰਨੀ ਹੈ ਭਾਈ, ਕਾਲ ਤੋਂ ਬਚਣਾ, ਜੰਮਣ ਮਰਨ ਤੋਂ, ਤਾਂ ਗੁਰ ਸ਼ਬਦ ਦੀ ਆਪਾਂ ਨੂੰ ਓਟ ਲੈਣੀ ਪਊਗੀ। ਜੇ ਸਿੱਖੀ ਧਾਰਨੀ ਹੈ ਤਾਂ ਗੁਰ ਸ਼ਬਦ ਦੀ ਵਿਚਾਰ ਆਪਾਂ ਨੂੰ ਲੈਣੀ ਪਊਗੀ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਇਹੀ ਸਿੱਖੀ ਹੈ ਭਾਈ ਗੁਰ ਸ਼ਬਦ ਦੀ ਵਿਚਾਰ ਨਾਲ। ਉਹ ਆਤਮਾ ਕਰਕੇ ਜਿਹੜੀ ਅਸੀਂ ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਉਹ ਹੰਕਾਰ ਪੈਦਾ ਕਰ ਲੈਂਦੇ ਹਾਂ, ਉਹ 'ਚੋਂ ਗਿਆਨ ਤਾਂ ਹੁੰਦਾ ਨਹੀਂ, ਆਤਮਾ ਤੋਂ ਕੋਰੇ ਰਹਿ ਜਾਂਦੇ। ਫਿਰ ਕਾਲ ਲੈ ਜਾਂਦਾ, ਜਨ ਸਮਾਂ ਆ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ।
ਇੱਥੇ ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਤੀਜੀ ਪਾਤਸ਼ਾਹੀ ਦੇ, ਆਪਾਂ ਨੂੰ ਹੋਰ ਥੋੜ੍ਹੀ ਸਮਝ ਆ ਜਾਏ ਮਨ ਕੀ ਕਰਦਾ ਹੈ ਜਦੋਂ ਬੁੱਧੀ ਜਾਣ ਲੈਂਦੀ ਹੈ, ਫਿਰ ਕੀ ਹੁੰਦਾ ਹੈ। ਮਹੱਲਾ ਤੀਜਾ। ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦਿੰਦੀ ਅੰਗ। ਆਤਮਾ ਦਾ ਅੰਗ ਕੀ ਹੈ ਭਾਈ? ਜੋ ਅਸੀਂ ਬੋਲਦੇ ਹਾਂ ਉਹੀ ਉਹਦਾ ਰੂਪ ਹੈ। ਉਹ ਅੱਖਾਂ ਨਾਲ ਨਹੀਂ ਦਿੰਦਾ, ਉਹੀ ਤਾਂ ਦਰਸ਼ਨ ਕਰਨਾ ਹੈ ਭਾਈ। ਇਹ ਮਨ ਆਰਸੀ ਕੋਈ ਗੁਰਮੁਖ ਵੇਖੇ, ਕੋਈ ਗੁਰਮੁਖ ਦਰਸ਼ਨ ਕਰਦਾ ਹੈ। ਇਹ ਗੁਰਮੁਖਾਂ ਦੀ ਬਾਣੀ ਹੈ ਭਾਈ, ਸਾਧ ਜਨਾਂ ਦੀ ਬਾਣੀ ਹੈ। ਇਹਦੇ ਪਿੱਛੇ ਆਪਾਂ ਚੱਲਣਾ। ਜੇ ਆਪਾਂ ਹੁਕਮ ਅਨੁਸਾਰ ਚੱਲਾਂਗੇ, ਬਾਣੀ 'ਚ ਰਹਾਂਗੇ, ਫਿਰ ਆਪਾਂ ਨੂੰ ਪਦਾਰਥਾਂ ਦੀ ਪ੍ਰਾਪਤੀ ਹੋਣੀ ਹੈ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਇੱਥੇ ਕੀ ਸਮਝਾਉਂਦੇ ਆ ਸਤਿਗੁਰ? ਬੁੱਧੀ ਮਨ ਨੂੰ ਕੋਸ਼ਦੀ ਹੈ, ਇਹ ਮਨਾ ਜੇ ਮੈਂ ਜਾਣ ਲੈਂਦੀ, ਮੈਂ ਜਾਣਿਆ ਬੜਾ ਹੰਸ ਹੈ, ਮੈਂ ਤਾਂ ਤੇਰੇ ਪਿੱਛੇ ਲੱਗੀ ਵੀ ਤੂੰ ਬਹੁਤ ਵੱਡਾ ਸੰਤ ਹੈ। ਚਿੱਟੇ ਭੇ ਕੱਪੜੇ, ਮਹਿੰਗੇ ਵਸਤਰ ਪਾ ਪਾ ਕੇ ਤੈਨੂੰ ਗਿਆਨ ਦਿੱਤਾ, ਪਰ ਤੂੰ ਤਾਂ ਬੰਗਲਾ ਭਗਤੀ ਨਿਕਲਿਆ। ਮੈਨੂੰ ਤਾਂ ਅੱਲਾ ਦੀ ਪ੍ਰਾਪਤੀ ਨਹੀਂ ਹੋਈ, ਅੱਲਾ ਦਾ ਦਰਸ਼ਨ ਹੀ ਨਹੀਂ ਹੋਇਆ। ਤੂੰ ਤਾਂ ਜਿਹੜਾ ਡੱਡਾ ਖਾਣ ਵਾਲਾ ਬੰਗਲਾ ਉਹ ਵੀ ਚਿੱਟਾ ਹੁੰਦਾ, ਤੂੰ ਤਾਂ ਉਹੀ ਨਿਕਲਿਆ ਮਾਇਆ ਧਾਰੀ। ਬੰਗਲੇ ਦਾ ਸੁਭਾਅ ਆ ਉਹ ਪਾਣੀ ਦੇ ਕਿਨਾਰੇ ਬਹਿ ਜਾਂਦਾ, ਪਰ ਅੱਖਾਂ ਮੀਚ ਲੈਂਦਾ ਹੈ। ਪਾਣੀ 'ਚੋਂ ਨਿਕਲਣ ਵਾਲੇ ਜਾਨਵਰ, ਡੱਡੂ ਐਰਾ ਵਗੈਰਾ, ਉਹ ਦੇਖਦੇ ਨੇ ਵੀ ਇਹ ਸੁੱਤਾ ਪਿਆ ਵਾ। ਉਹ ਜਦੋਂ ਉਹਦੇ ਕੋਲ ਦੀ ਨਿਕਲਣ ਲੱਗਦੇ ਆ, ਉਹ ਲੰਬੀ ਚੁੰਝ ਕਰਕੇ ਉਹਨਾਂ ਨੂੰ ਖਾ ਜਾਂਦਾ ਹੈ। ਇਵੇਂ ਇਹ ਤੀਜੀ ਪਾਤਸ਼ਾਹੀ ਆਪਾਂ ਨੂੰ ਸਮਝਾਉਂਦੀ, ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਆ ਸੰਗ। ਅਸੀਂ ਵੀ ਇਵੇਂ ਫਸ ਜਾਂਦੇ ਹਾਂ ਭਾਈ, ਭੇਖ ਕਰਕੇ, ਸਰੀਰ ਕਰਕੇ। ਜੇ ਜਾਣਾ ਬਗ ਬੱਪੜਾ, ਜੇ ਮੈਂ ਜਾਣ ਲੈਂਦੀ ਤੂੰ ਬੰਗਲਾ ਭਗਤੀ ਹੈ, ਜਨਮ ਨਾ ਦਿੰਦੀ ਅੰਗ, ਮੈਂ ਇੰਨਾ ਸਮਾਂ ਨਾ ਖਰਾਬ ਕਰਦੀ। ਇਹ ਦੇਖੋ ਸਤਿਗੁਰ ਸਮਝਾ ਰਹੇ ਨੇ, ਇਹ ਮਨ ਦਾ ਸੁਭਾਅ ਆ, ਇਹ ਸ਼ੈਤਾਨ ਦਾ, ਜਿਹੜਾ ਬੁੱਧੀ ਨੇ ਖੁਸ਼ ਕਰਨ ਦੀ ਮਾਰੀ ਨੇ ਭੂਤ ਬੋਤਲ 'ਚੋਂ ਕੱਢਤਾ। ਹੁਣ ਇਹਦੇ ਵੱਸ 'ਚ ਨਹੀਂ ਆਉਂਦਾ, ਹੁਣ ਉਹ ਬੋਤਲ 'ਚ ਵੜਦਾ ਨਹੀਂ ਹੈਗਾ। ਕਿਵੇਂ ਵੜਾਂਗੇ? ਚੌਂ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਇਹਨੂੰ ਰਾਮਕਾਰ 'ਚ ਲੈ ਕੇ ਆਉਣਾ। ਰਾਮਕਾਰ ਤੋਂ ਭਾਵ ਹੁਕਮ ਦੇ ਦਾਇਰੇ 'ਚ। ਬਾਣੀ ਹਰ ਕਥਾ ਹੈ, ਇਹ ਰਾਮ ਕਥਾ ਹੈ। ਇਹਨੂੰ ਵਿਚਾਰਾਂਗੇ, ਸਮਝਾਂਗੇ, ਜਿਹੜੇ ਸੁਣਨਗੇ, ਵਿਚਾਰਨਗੇ, ਉਹ ਅਮਰ ਹੋ ਜਾਣਗੇ। ਸਤਿਗੁਰਾਂ ਦੇ ਵਚਨ ਨੇ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਤਾਂ ਬਹੁਤ ਦੂਰ ਦੀ ਗੱਲ ਹੈ ਭਾਈ। ਨਾਮ ਨੂੰ ਸੁਣਦੇ ਸਮਝਦੇ ਤਾਂ ਸਾਡਾ ਸੰਸਾਰੀ ਦੁੱਖ ਸਾਗਰ 'ਚੋਂ ਛੁਟਕਾਰਾ ਹੋ ਜਾਂਦਾ ਹੈ। ਸੁਖ ਸਾਗਰ ਅਸੀਂ ਭਾਵ ਦੇਵ ਲੋਕ ਚਲੇ ਜਾਂਦੇ ਹਾਂ, ਸਾਡੀ ਭਗਤੀ ਸ਼ੁਰੂ ਹੋ ਜਾਂਦੀ ਹੈ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਫਿਰ ਗਿਆਨ ਹੀ ਧਿਆਨ ਬਣ ਜਾਂਦਾ ਹੈ। ਇਸ ਸਰੀਰ 'ਚ ਰਹਿੰਦੇ ਰਹਿੰਦੇ ਆਪਾਂ ਦੇਵ ਲੋਕ ਪਹੁੰਚਣਾ, ਜਿੱਥੋਂ ਆਏ ਹਾਂ। ਦੇਵ ਲੋਕ ਕੀ, ਉੱਥੇ ਸਰੀਰ ਨਹੀਂ ਹੁੰਦੇ, ਜੋਤ ਹੀ ਹੈ। ਉੱਥੋਂ ਹੀ ਆਪਾਂ ਇੱਧਰ ਨੂੰ ਆਉਂਦੇ ਹਾਂ, ਵਾਪਸੀ ਵੀ ਉੱਧਰ ਦੀ ਹੈ। ਫਿਰ ਜਿਵੇਂ ਆਏ ਹਾਂ ਉਵੇਂ ਹੀ ਜਾਣਾ ਵਾ। ਜਿੱਥੋਂ ਲੜ ਛੁੱਟਿਆ ਸੀ ਆਪਣਾ ਹੁਕਮ ਨਾਲ, ਉੱਥੋਂ ਹੀ ਫਿਰ ਫੜਨਾ ਹੈ। ਉੱਥੇ ਫਿਰ ਭਗਤੀ ਸ਼ੁਰੂ ਹੁੰਦੀ ਹੈ। ਤਈਓ ਤਾਂ ਇੰਨੇ ਉਪਦੇਸ਼ ਹੋ ਗਏ ਬਾਣੀ ਦੇ। ਮਾਇਆ ਦੇ ਉਪਦੇਸ਼ ਦੇ ਦੇ ਕੇ ਬਾਣੀ ਸਾਨੂੰ ਬਾਰ-ਬਾਰ ਸਮਝਾ ਰਹੀ ਹੈ। ਉਹ ਨਿਰਾਕਾਰ ਦੁਨੀਆ ਨੂੰ, ਜਿਹੜੀ ਅੱਖਾਂ ਕੰਨਾਂ ਦਾ ਸਾਡਾ ਵਿਸ਼ਾ ਨਹੀਂ, ਪਰ ਫਿਰ ਵੀ ਅਸੀਂ ਸਾਰਾ ਕੁਛ ਇੱਥੇ ਹੀ ਬਣਾਈ ਬੈਠੇ ਹਾਂ। ਕਿਉਂ ਬਣਾ ਲਿਆ? ਸਾਨੂੰ ਸੱਚ ਦਾ ਗਿਆਨ ਹੀ ਨਹੀਂ ਹੋਇਆ। ਉਹ ਜਿਹੜੇ ਉੱਥੇ ਪਹੁੰਚਦੇ ਨੇ, ਉਹ ਗੁਰਸਿੱਖ ਕਿਹੜੇ ਹੁੰਦੇ ਨੇ? ਉਹ ਵੀ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਸ਼ਲੋਕ ਮਹੱਲਾ ਤੀਜਾ। ਸ਼ਬਦ ਰਤੇ ਬੜ ਹੰਸ ਹੈ, ਸੱਚਾ ਨਾਮ ਉਰਤਾਰ। ਉਹੀ ਹੰਸ ਨੇ ਭਾਈ। ਉਹਨਾਂ ਦਾ ਮਨ ਜਿਹੜਾ ਕਲਪਨਾ ਕਰਦਾ ਸੀ ਕਾਂ, ਉਹ ਵਿੱਚ ਹੀ ਸਮਾ ਜਾਂਦਾ ਹੈ। ਗਿਆਨ ਖੜਗ ਲੈ ਮਨ ਸਿਉ ਲੂਝੇ, ਮਨਸਾ ਮਨੇ ਸਮਾਈ ਹੈ। ਜਿਹੜਾ ਮਨ ਹੈ, ਮਨ ਕੀ ਹੈ? ਇੱਛਾ ਰੂਪ ਸੀ, ਇੱਛਾ ਖਤਮ ਹੋ ਗਈ, ਵਿੱਚ ਹੀ ਸਮਾ ਗਿਆ। ਫਿਰ ਕਿਹਨਾਂ ਦੇ? ਉਹ ਹੰਸ ਨੇ, ਗੁਰਸਿੱਖ ਨੇ, ਜਿਹੜੇ ਸ਼ਬਦ ਦੀ ਵਿਚਾਰ ਨਾਲ ਜੁੜੇ ਹੋਏ ਨੇ, ਸ਼ਬਦ ਦਾ ਜਸ ਕਰਦੇ ਨੇ। ਸ਼ਬਦ ਰਤੇ ਬੜ ਹੰਸ ਹੈ, ਸੱਚ ਨਾਮ ਉਰਤਾਰ। ਉਹਨਾਂ ਨੇ ਨਾਮ ਦਾ ਹਾਰ ਪਾਇਆ ਹੋਇਆ, ਸੱਚ ਦਾ, ਆਤਮਾ ਦੇ, ਸਰੀਰ ਦੇ ਨਹੀਂ। ਸਰੀਰ ਤਾਂ ਭੇਖ ਕਰਨ ਨਾਲ ਆਪਾਂ ਨੂੰ ਹੰਕਾਰ ਪੈਦਾ ਹੁੰਦਾ ਹੈ। ਉਹਨਾਂ ਨੇ ਆਤਮਾ ਦੇ ਹਾਰ ਪਾਇਆ ਹੋਇਆ, ਉਹ ਸੱਚ ਦਾ। ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨ ਪੇਖੇ, ਇੱਕ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇਹ ਐਸੇ ਲੱਛਣ ਹੋਣ ਕਿਸੇ ਗੁਰਸਿੱਖ ਦੇ, ਜਿਹੜਾ ਸੱਚ ਨਾਲ ਜੁੜ ਜੇ, ਸੱਚ ਦਾ ਜਸ ਕਰੇ, ਉਹਨੂੰ ਬ੍ਰਹਮ ਗਿਆਨ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਉਹ ਸਤਿਗੁਰਾਂ ਨੇ ਸਮਝਾਇਆ, ਸ਼ਬਦ ਰਤੇ ਬੜ ਹੰਸ ਹੈ, ਸੱਚ ਨਾਮ ਉਰਤਾਰ। ਸੱਚ ਸੰਗ੍ਰਹਿ ਸਦ
ਸੱਚ ਰਹੇ ਸੱਚੇ ਨਾਮ ਪਿਆਰ। ਸੱਚ ਇਕੱਠਾ ਕਰਦੇ ਨੇ ਉਹ, ਇਹ ਆਪਾਂ ਵੀ ਕਰਨਾ ਵਾ। ਸੱਚ ਨਾਲ ਜੁੜੇ ਰਹਿੰਦੇ ਆ, ਸੱਚ ਦੇ ਜਸ ਕਰਦੇ ਨੇ, ਸੱਚ ਦੇ ਨਾਲ ਰਹਿੰਦੇ ਨੇ। ਕਿਵੇਂ ਰਹਿੰਦੇ ਨੇ? ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ। ਉਹ ਗੁਰਸਿੱਖ ਸੰਸਾਰ 'ਚ ਰਹਿੰਦੇ ਹੋਏ ਵੀ ਸੱਚ ਨਾਲ ਜੁੜੇ ਰਹਿੰਦੇ ਨੇ। ਸਦਾ ਨਿਰਮਲ ਮੈਲ ਨਾ ਲੱਗੀ ਨਦਰ ਕੀਤੀ ਕਰਤਾਰ। ਕਿਉਂਕਿ ਉਹਨਾਂ ਨੂੰ ਮੈਲ ਕਿਵੇਂ ਲੱਗੂ? ਮੈਲ ਕੀ ਮਾਇਆ, ਉਹ ਮਾਇਆ ਪਾਰ ਕਰ ਚੁੱਕੇ ਹੁੰਦੇ ਆ, ਦੇਵਲੋਕ ਪਹੁੰਚ ਜਾਂਦੇ ਨੇ। ਉੱਥੇ ਫਿਰ ਆਪਣੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹਨੂੰ ਦਰਗਾਹ ਵੀ ਕਿਹਾ, ਉੱਥੇ ਲੋਕ ਵੀ ਦੀਂਦਾ, ਪਰਲੋਕ ਵੀ ਦੀਂਦਾ। ਉਹ ਅਵਸਥਾ ਵਾਲਿਆਂ ਨੂੰ, ਇਹ ਅਵਸਥਾ ਦੀ ਨਾਂ ਨੇ ਭਾਈ। ਨਦਰ ਕੀਤੀ ਕਰਤਾਰ ਨਾਨਕ ਹੂੰ ਤਿਨ ਕੇ ਬਲਿਹਾਰ ਨੇ, ਜੋ ਅੰਦਿਨ ਜਪੇ ਮਨ ਮੁਰਾਰ। ਕੀ ਸਮਝਾਉਂਦੇ ਸਤਿਗੁਰ? ਨਾਨਕ ਹੂੰ ਤਿਨ ਕੀ ਬਲਿਹਾਰ ਨੇ, ਜੋ ਅੰਦਿਨ ਜਪੇ ਮੁਰਾਰ। ਜਿਹੜੀ ਦਿਨ ਰਾਤ ਉਹਦਾ ਜਸ ਕਰਦੇ ਨੇ, ਸਤਿਗੁਰ ਸਮਝਾਉਂਦੇ ਨੇ, ਮੈਂ ਉਹ ਗੁਰਸਿੱਖਾਂ ਤੋਂ ਬਲਿਹਾਰੀ ਜਾਨਾ ਵਾਂ। ਉਹ ਹੰਸ ਹੈ ਭਾਈ, ਇੱਕ ਮਨਮਾ। ਪਿੱਛੇ ਵੀ ਆਪਾਂ ਵਿਚਾਰਿਆ ਸੀ, ਮਨ ਕੋ ਬੇੜੀ ਕਾਹਦੀ ਆ? ਹਿੰਗ ਦੀ, ਮਾਇਆ ਦੀ। ਦੋ ਬੇੜੀਆਂ ਨੇ। ਸਤਿਗੁਰ ਦੀ ਬੇੜੀ ਕਾਹਦੀ ਹੈ? ਸੱਚ ਦੀ। ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਗੁਰ ਵਿਚਾਰ ਨਾਲ ਜੁੜਨਾ ਭਾਈ, ਇਹ ਗੁਰ ਕੀ ਚਰਨ ਹੈ ਬਾਣੀ। ਨਹੀਂ ਤਾਂ ਫਿਰ ਦੇਖਦੀ ਹੈ ਮਨ ਕੀ ਕਰਦਾ ਹੈ। ਬੁੱਧੀ ਮਨ ਨੂੰ ਕੋਸਦੀ ਹੈ, ਮਨਾ ਮੈਨੂੰ ਤਾਂ ਆਪਦਾ ਸੌ ਚਾਹੀਦਾ, ਤੈਨੂੰ ਮਾਇਆ ਚਾਹੀਦੀ ਹੈ। ਇਹ ਮਾਇਆ ਤ੍ਰਿਸ਼ਨਾ ਅਗਨੀ ਹੈ ਭਾਈ, ਜਦ ਤੱਕ ਇਹ ਜਾਂਦੀ ਨਹੀਂ। ਇਹੀ ਕਾਲ ਹੈ। ਸਗਲ ਕਾਲ ਕਾਖੀਆ ਤਮਾਸਾ। ਚੌਪਾਈ ਸਾਹਿਬ ਸਤਿਗੁਰਾਂ ਨੇ ਸਮਝਾਇਆ, ਜੋ ਸੰਸਾਰ ਸਾਨੂੰ ਦਿਖ ਰਿਹਾ ਸਭ ਕਾਲ ਦਾ ਤਮਾਸਾ ਹੈ। ਇਹ ਤੋਂ ਬਚਣਾ ਤਾਂ ਆਪਾਂ ਨੂੰ ਸਤਿਗੁਰ ਦੀ ਸ਼ਰਨ ਜਾਣਾ ਪਊਗਾ। ਗੁਰ ਸ਼ਬਦ ਦਾ ਗਿਆਨ ਲੈ ਕੇ ਆਪਾਂ ਇੱਥੋਂ ਜਾਣਾ ਹੈ। ਧਿਆਨ ਨੇ, ਉਹ ਗਿਆਨ ਹੀ ਫਿਰ ਧਿਆਨ ਬਣ ਜਾਂਦਾ ਵਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਡਾ ਵੀ ਇਹ ਕਾਲ ਤੋਂ ਛੁਟਕਾਰਾ ਹੋਵੇ ਮਨ ਤੋਂ। ਅਸੀਂ ਵੀ ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।